ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 20ਵੀਂ ਤੇ ਪਦ 5ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ ਜਿਹੜਾ ਪੂਰੀ ਤਰ੍ਹਾਂ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ, ਵਿਚਾਰ ਕਰ ਸਕੇ, ਸੁਣ ਸਕੇ, ਬੋਲ ਸਕੇ। ਜਿੰਨੀ ਰਹਿਬਰ ਮਿਹਰ ਕਰਦੇ ਹਨ ਓਨਾ ਹੀ ਪ੍ਰਾਣੀ ਵਿਚਾਰਦਾ ਹੈ, ਬੋਲਦਾ ਹੈ, ਸੁਣਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਤੋਂ ਬਿਨਾਂ ਇਨਸਾਨ ਕੁਝ ਵੀ ਨਹੀਂ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦੇ ਉੱਤੇ ਬਹੁਤ ਵੱਡੀ ਮਿਹਰ ਕੀਤੀ ਹੈ। ਸੁਖਮਣੀ ਸਾਹਿਬ ਦੀ ਰਚਨਾ ਕਰਕੇ ਪ੍ਰਾਣੀ ਨੂੰ ਚੱਲਣਹਾਰ ਪ੍ਰਾਣੀ ਨੂੰ ਆ ਚੱਲ ਦੇ ਨਾਲ ਜੋੜਨ ਦੀ ਵਿਧੀ ਸਮਝਾਈ ਹੈ। ਇੱਕ ਪਾਸੇ ਆਰਜੀ ਹੈ, ਇੱਕ ਪਾਸੇ ਸਥਾਈ ਹੈ। ਇੱਕ ਪਾਸੇ ਅਮਰ ਹੈ, ਇੱਕ ਪਾਸੇ ਅਡੋਲ ਹੈ। ਸੱਚੇ ਪਾਤਸ਼ਾਹ ਨੇ ਸਮੇਂ ਦੀ ਕਿਰਿਆ ਦੇ ਨਾਲ ਪ੍ਰਾਣੀ ਨੂੰ ਜੋੜਿਆ ਹੈ। ਅਧਿਆਤਮਿਕਤਾ ਨੂੰ ਕਿਸ ਤਰ੍ਹਾਂ ਅਸਲੀ ਰੂਪ ਦੇਣਾ ਹੈ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਗੁਰੂ ਪਿਆਰਿਓ, 24 ਘੰਟਿਆਂ ਦੇ ਵਿੱਚ ਇਨਸਾਨ 24,000 ਸਵਾਸ ਲੈਂਦਾ ਹੈ। 1 ਘੰਟੇ ਦੇ ਵਿੱਚ 1,000 ਸਵਾਸ। 8 ਪਹਿਰ ਹਨ। 3 ਘੜੀਆਂ ਨੂੰ ਮਿਲਾ ਕੇ 1 ਪਹਿਰ ਬਣਦਾ ਹੈ। ਇਹ ਸਮੇਂ ਦੀ ਗਿਣਤੀ ਮਿਣਤੀ ਦਾ ਮੁੱਢਲਾ ਹਿਸਾਬ ਹੈ। ਇਨਸਾਨ ਜੇ ਹਰ ਸਵਾਸ ਉੱਤੇ ਪ੍ਰਭੂ ਦਾ ਨਾਮ ਲਿਖ ਲਵੇ ਤਾਂ ਉਹਦਾ ਜੀਵਨ ਅਮਰ ਹੋ ਸਕਦਾ ਹੈ। ਇਸੇ ਕਰਕੇ ਹੀ ਸੱਚੇ ਪਾਤਸ਼ਾਹ ਨੇ 24,000 ਅੱਖਰ, 24 ਅਸ਼ਟਪਦੀਆਂ, 8 ਪਦ ਬਿਲਕੁਲ ਸਮੇਂ ਦੇ ਨਾਲ ਸੁਮੇਲ ਕਰਨ ਵਾਲਾ ਇੱਕ ਵਡਮੁੱਲਾ ਖਜ਼ਾਨਾ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ ਕਿ ਤੂੰ ਇਸ ਦੁਨੀਆ ਉੱਤੇ ਆਇਆ ਹੈ ਲਾਭ ਲੈਣ ਦੇ ਲਈ। ਲਾਹਾ ਲੈਣ ਦੇ ਲਈ ਤੈਨੂੰ ਜੀਵਨ ਇਹ ਮਿਲਿਆ ਹੈ। ਬਹੁਤ ਵੱਡੇ ਪੈਂਡੇ ਤੋਂ ਬਾਅਦ, ਜੁਗਾਂ ਜਗਾਂਤਰਾਂ ਬੀਤਣ ਤੋਂ ਬਾਅਦ ਤੈਨੂੰ ਪ੍ਰਾਣੀ ਇਹ ਮੌਕਾ ਮਿਲਿਆ ਹੈ ਕਿ ਤੂੰ ਹੁਣ ਵਿਸ਼ਰਾਮ, ਆਰਾਮ, ਪ੍ਰਭੂ ਦੀ ਪ੍ਰਾਪਤੀ ਕਰ ਲਵੇਂ। ਸੁਖਮਣੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਸਭ ਤੋਂ ਪਹਿਲਾ ਤੇ ਵਿਸ਼ੇਸ਼ ਵਾਹਿਗੁਰੂ ਅਕਾਲ ਪੁਰਖ ਦੀ ਸਾਧਨਾ, ਆਰਾਧਨਾ ਬਹੁਤ ਹੀ ਵੱਡੀ ਉਸਤਤ, ਉਹਦਾ ਗੀਤ ਗਾਇਆ ਹੈ। ਉਹਦਾ ਵੱਡਾ ਰੂਪ, ਵਿਰਾਟ ਰੂਪ, ਇੱਕ ਤੋਂ ਅਨੇਕ ਬੇਸ਼ੁਮਾਰ ਰੂਪ ਸਮਝਾਏ ਹਨ ਤੇ ਉਹਦੀ ਕਿਰਪਾ, ਉਹਦੀ ਮਿਹਰ ਦੇ ਗੁਣ ਗਾਏ ਹਨ। ਜਿਹੜੇ ਉਹਨੂੰ ਜਪਦੇ ਹਨ, ਉਹਨੂੰ ਧਿਆਉਂਦੇ ਹਨ ਤੇ ਆਖਰ ਉਹਦੇ ਬਣ ਜਾਂਦੇ ਹਨ। ਉਹਨਾਂ ਨੂੰ ਪਾਤਸ਼ਾਹ ਨੇ ਜਨ, ਸੇਵਕ,
ਦਾਸ ਕਹਿ ਕੇ ਨਵਾਜਿਆ ਹੈ। ਇੱਥੋਂ ਤੱਕ ਉਹਨਾਂ ਨੂੰ ਸ੍ਰੇਸ਼ਟਤਾ ਦਿੱਤੀ ਹੈ ਕਿ ਪ੍ਰਭੂ ਦਾ ਰੂਪ ਹੀ ਹਨ। ਜੇ ਉਹਨਾਂ ਦੀ ਧੂੜੀ ਮਿਲ ਜਾਵੇ ਤਾਂ ਮਨੁੱਖ ਮੋਕਸ਼ ਦੇ ਵਿੱਚ ਬਦਲ ਸਕਦਾ ਹੈ। ਸਾਰੇ ਦੀਆਂ ਸਾਰੀਆਂ ਸ਼ਕਤੀਆਂ, ਬੇਅੰਤ ਗੁਣ ਪ੍ਰਭੂ ਭਗਤਾਂ ਦੇ ਵਿੱਚ ਪਰੋ ਦਿੰਦਾ ਹੈ। ਕੋਈ ਜਨ ਉਹਨਾਂ ਦੀ ਸੰਗਤ ਕਰਕੇ ਇਸ ਮਾਇਆ ਦੇ ਜਾਲ 'ਚੋਂ ਪਾਰ ਉਤਰ ਸਕਦਾ ਹੈ। ਤੀਸਰਾ ਵਿਸ਼ਾ ਜਿਹੜਾ ਸੱਚੇ ਪਾਤਸ਼ਾਹ ਨੇ ਚੁਣਿਆ ਹੈ, ਉਹਨਾਂ ਨਿੰਦਕਾਂ, ਉਹਨਾਂ ਲੋਕਾਂ ਦਾ ਜਿਹੜੇ ਕਿਰਤ ਘਣ ਹਨ, ਪਿੱਠ ਪਿੱਛੇ ਗੱਲਾਂ ਕਰਕੇ ਭਗਤਾਂ ਦੀਆਂ ਉਹਨਾਂ ਨੂੰ ਜਲੀਲ ਕਰਦੇ ਹਨ, ਪਰੇਸ਼ਾਨ ਕਰਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੰਤ ਨਿੰਦਕ, ਭਗਤਾਂ ਦੇ ਦੋਖੀ, ਸੰਤਾਂ ਦੇ ਦੋਖੀ, ਮਹਾ ਹਤਿਆਰੇ, ਚੋਰ ਹਰਾਮ ਖੋਰ ਕਹਿ ਕੇ ਉਹਨਾਂ ਦੀ ਢੁਕਵੀਂ ਜਗ੍ਹਾ ਦਾ ਵਿਸਤਾਰ ਕੀਤਾ ਹੈ, ਵਰਣਨ ਕੀਤਾ ਹੈ। ਗੁਰੂ ਪਿਆਰਿਓ, ਨਿੰਦਕ, ਚੁਗਲਖੋਰ, ਅਕਿਰਤ ਘਣ ਨਾ ਹੋਇਆਂ ਬਰਾਬਰ ਹਨ। ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਮੁਰਦਾ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਇਹ ਅਕਿਰਤ ਘਣ ਲੋਕ, ਨਿੰਦਕ ਪ੍ਰਾਣੀ, ਸੱਚੇ ਪਾਤਸ਼ਾਹ ਇਹਨਾਂ ਨੂੰ ਨਾ ਇੱਧਰ ਦੇ ਨਾ ਉੱਧਰ ਦੇ ਗਿਣਦੇ ਹਨ। ਇਸ ਪਦ ਦੇ ਵਿੱਚ ਪਾਤਸ਼ਾਹ ਮਿਹਰ ਕਰਦੇ ਹਨ, ਸਾਜਨ ਸੰਤ ਕਰੋ ਇਹ ਕਾਮ। ਕਿੰਨੀ ਨਿਮਰਤਾ ਦੇ ਨਾਲ, ਕਿੰਨੇ ਪਿਆਰ ਦੇ ਨਾਲ ਸੰਦੇਸ਼ਾ ਦਿੰਦੇ ਹਨ ਮੇਰੇ ਸਾਹਿਬ। ਕਿੰਨੇ ਮਿੱਠ ਬੋਲੜੇ ਹਨ। ਸਾਜਨ ਸੰਤ, ਮੇਰੇ ਮਿੱਤਰ, ਮੇਰੇ ਸਾਧੂਓ, ਦੋਸਤੋ, ਇੱਕ ਕੰਮ ਕਰੋ, ਇਹ ਕੰਮ ਕਰੋ ਲਾਭ ਵਾਲਾ, ਪ੍ਰਾਪਤੀ ਵਾਲਾ। ਕਿਹੜਾ ਕੰਮ ਕਹਿ ਰਹੇ ਆ ਸਤਿਗੁਰੂ? ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਾਰਾ ਕੁਝ ਛੱਡ ਦੇਵੋ ਜਿਹੜਾ ਵਿਘਨ ਪਾਉਂਦਾ ਹੈ, ਚਾਹੇ ਕੁਝ ਵੀ ਹੋਵੇ, ਪਰਿਵਾਰ ਹੋਵੇ, ਦੌਲਤ ਹੋਵੇ, ਧਨ ਹੋਵੇ, ਆਪਣੀ ਸੋਭਾ ਹੋਵੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ, ਜਿਹੜਾ ਵੀ ਕੁਝ ਤੇਰੇ ਮੂਹਰੇ ਆਉਂਦਾ ਹੈ, ਤੈਨੂੰ ਅੜਿੱਕਾ ਲੱਗਦਾ ਹੈ, ਤੇਰਾ ਮਨ ਟਿਕਦਾ ਨਹੀਂ ਹੈ, ਘੁੰਮਣ ਘੇਰੀ ਦੇ ਵਿੱਚ ਪੈ ਜਾਂਦਾ ਹੈ, ਉਹ ਸਾਰਾ ਕੁਝ ਛੱਡ ਦੇ। ਉਹ ਸਾਰਾ ਕੁਝ ਛੱਡ ਕੇ ਇੱਕ ਨੂੰ ਅਪਣਾ ਲੈ। ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ, ਆਨ ਤਿਆਗ ਜਪੋ ਹਰ ਨਾਮ। ਸਾਰੀ ਦੁਨੀਆ ਛੱਡ ਦੇ। ਇੱਕ ਕੱਲਾ ਬਹੁਤ ਹੈ ਤੇਰੀ ਸੁਰੱਖਿਆ ਦੇ ਲਈ। ਤਾਂ ਤੂੰ ਉਹਦੀ ਕਿਰਪਾ ਦੇ ਨਾਲ ਭਲਿਆ ਆਪ ਸਿਮਰ। ਜਦ ਤੇਰਾ ਅਭਿਆਸ ਹੋ ਗਿਆ, ਤੈਨੂੰ ਇਹ ਪਤਾ ਚੱਲ ਗਿਆ
ਕਿ ਪ੍ਰਭੂ ਦੀ ਖੁਸ਼ੀ ਕੀ ਹੈ, ਫਿਰ ਤੂੰ ਦੂਸਰਿਆਂ ਨੂੰ ਇਹ ਵੰਡਣ ਦੇ ਲਈ ਸਮਰੱਥ ਹੋ ਜਾਵੇਂਗਾ। ਜਿਨ੍ਹਾਂ ਨੂੰ ਲੋੜ ਹੈ, ਖਾਲੀ ਹਨ, ਜਿਸ ਤਰ੍ਹਾਂ ਬਾਬੇ ਨਾਨਕ ਨੇ ਕੀਤਾ ਸੀ ਕਿ ਸਾਰੀ ਦੀ ਸਾਰੀ ਪੂੰਜੀ ਦੂਸਰੇ ਗਰੀਬਾਂ ਦੇ ਲਈ ਲਗਾ ਦਿੱਤੀ ਤੇ ਉਹਨਾਂ ਨੂੰ ਨਾਮ ਜਪਾਇਆ। ਆਪ ਦੀ ਸਿਫਤ ਸਲਾਹ ਨਹੀਂ ਕਰਾਈ, ਕਿਉਂਕਿ ਪਾਤਸ਼ਾਹ ਨੂੰ ਇਹ ਭਲੀ ਭਾਂਤ ਪਤਾ ਸੀ ਕਿ ਮੈਂ ਵੱਡਾ ਰੋਗ ਹੈ। ਆਪ ਜਪੋ ਅਵਰੇ ਨਾਮ ਜਪਾਵੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ। ਜੇ ਤਾਂ ਇਹ ਦੁਨੀਆ ਵਾਲਾ ਸਮੁੰਦਰ ਪਾਰ ਕਰਨਾ ਹੈ ਪ੍ਰਾਣੀ, ਤਾਂ ਆਦਤ ਬਣਾ ਲੈ। ਭੈੜੀਆਂ ਸ਼ਰਾਰਤਾਂ ਨੂੰ ਛੱਡ ਦੇ, ਨਵੀਆਂ ਦੇ ਵਿੱਚ ਆਪਣੇ ਆਪ ਨੂੰ ਢਾਲ ਲੈ। ਉਹਨਾਂ ਮਹਾਂਪੁਰਸ਼ਾਂ ਦਾ ਸਹਾਰਾ ਲੱਭ ਲੈ ਜਿਹੜੇ ਤੇਰੇ ਕੰਮ ਨੂੰ ਕੁਝ ਸੌਖਾ ਬਣਾ ਸਕਦੇ ਹਨ। ਪਹਿਲਾਂ ਤੂੰ ਆਪਣੇ ਆਪ ਦੀ ਟਿਕਟਕੀ ਟਿਕਾ ਲੈ, ਫਿਰ ਜਿਨ੍ਹਾਂ ਨੇ ਪਾਇਆ ਉਹਨਾਂ ਨੂੰ ਲੱਭ ਕੇ ਉਹਨਾਂ ਨਾਲ ਗੀਤ ਗਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹ ਰਿਸ਼ਤਾ ਪ੍ਰਾਪਤ ਕਰਨਾ ਸਿੱਖ ਨੂੰ ਸਮਝਾਉਂਦੇ ਹਨ ਜਿਹਦੇ ਵਿੱਚ ਕੋਈ ਬੰਧਨ ਨਹੀਂ ਹੈ। ਸਾਜਨ ਮਿੱਤਰ, ਤੁਸੀਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਪਣੇ ਖਿਆਲ ਸ਼ੇਅਰ ਕਰ ਸਕਦੇ ਹੋ ਆਪਣੇ ਮਿੱਤਰ ਦੇ ਨਾਲ। ਪਰਿਵਾਰ ਦੇ ਨਾਲ ਵੀ ਨਹੀਂ ਕਰ ਸਕਦੇ, ਕੁਛ ਨਾ ਕੁਛ ਹੱਦ ਹੁੰਦੀ ਹੈ। ਸੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਜਨ ਤੋਂ ਸ਼ੁਰੂ ਕੀਤਾ ਹੈ ਪਦ। ਸਾਜਨ ਸੰਤ ਕਰੋ ਇਹ ਕਾਮ, ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਮਿੱਤਰ, ਮੇਰੇ ਸਾਧੂ ਭਰਾ, ਮੇਰੇ ਸਾਧੂ ਦੋਸਤੋ, ਇੱਕ ਕੰਮ ਲਾਭਦਾ ਹੈ, ਇਹ ਕਰਨ ਵਾਲਾ ਹੈ। ਆਨ ਤਿਆਗ ਜਪੋ ਹਰ ਨਾਮ। ਜਿਹੜੀ ਸਵਾਰਥੀ ਦੁਨੀਆ ਹੈ, ਜਿੱਥੇ ਗਰੀਡ ਪੈਦਾ ਹੁੰਦਾ ਹੈ, ਉਹਦਾ ਸਾਥ ਛੱਡ ਦੇਵੋ, ਉਹ 'ਚ ਕੋਈ ਲਾਭ ਨਹੀਂ ਹੈ। ਜਿਹਨੇ ਬਣਾਇਆ ਹੈ, ਇਸ ਧਰਤੀ ਉੱਤੇ ਭੇਜਿਆ, ਹੋਂਦ ਪੈਦਾ ਕੀਤੀ ਹੈ, ਉਹਦਾ ਸ਼ੁਕਰਾਨਾ ਕਰਨਾ ਬਣਦਾ ਹੀ ਹੈ। ਉਹਦਾ ਨਾਮ ਜਪੋ, ਉਹਦੀ ਉਸਤਤ ਕਰੋ, ਉਹਦੇ ਨਾਮ ਦਾ ਉਚਾਰਨ ਕਰੋ ਦੁਆਰਾ ਦੁਆਰਾ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਿਰਪਾ ਦੇ ਵਿੱਚ ਆ ਕੇ ਆਪਣੇ ਪਿਆਰੇ ਸਿੱਖ ਨੂੰ ਸਮਝਾਉਂਦੇ ਆ ਕਿ ਤੇਰਾ ਲੱਗਦਾ ਕੀ ਹੈ। ਸਭ ਕੁਝ ਤਾਂ ਪ੍ਰਭੂ ਦਾ ਹੈ, ਤੈਨੂੰ ਕੀ ਹਰਜ ਹੈ। ਉਹਦਾ ਦਿੱਤਾ ਹੋਇਆ ਉਹਦੇ ਲਈ ਸਮਰਪਣ ਕਰਨਾ, ਭਲਿਆ ਤੇਰਾ ਕੀ ਇਹਦੇ 'ਚ ਖਰਚ ਹੁੰਦਾ। ਸਿਮਰ 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 ਸੁੱਖ ਪਾਵੋ। ਸੱਚੇ ਪਾਤਸ਼ਾਹ ਨੇ 3 ਵਾਰ ਰਿਪੀਟ ਕੀਤਾ, ਸਿਮਰ ਸਿਮਰ ਸਿਮਰ। ਇੱਕ ਵਾਰ ਸਿਮਰ, ਦੁਬਾਰਾ ਫੇਰ ਸਿਮਰ, ਤੀਜੀ ਵਾਰ ਫੇਰ। ਇਸ ਨਾਲ ਤੇਰੀ ਜਿਹੜੀ ਰਸਨਾ ਹੈ ਉਹ ਇੱਕ ਆਟੋ ਸਿਸਟਮ ਦੇ ਵਿੱਚ ਚਲੇ ਜਾਵੇਗੀ। ਜਿਵੇਂ ਆਪਾਂ ਹਾਕ ਮਾਰਦੇ ਆ, ਸੁਣਦੀ ਨਹੀਂ ਕਿਸੇ ਨੂੰ,
ਫਿਰ ਦੁਬਾਰਾ ਕੇਅਰਫੁਲ ਹੋ ਕੇ ਮਾਰਦੇ ਆ ਵੀ ਥੋੜ੍ਹਾ ਜਿਹਾ ਉੱਚਾ ਕਰ ਦਿੰਦੇ ਆ ਵਾਲੀਅਮ ਨੂੰ, ਆਪਣੀ ਆਵਾਜ਼ ਨੂੰ, ਵੀ ਉਹਦੇ ਤੱਕ ਪਹੁੰਚ ਜਾਵੇ। ਪਰ ਫਿਰ ਵੀ ਜੇ ਨਹੀਂ ਸੁਣਦਾ ਫਿਰ ਅਸੀਂ ਪੂਰਾ ਜ਼ੋਰ ਲਗਾ ਦਿੰਦੇ ਆ ਵੀ ਉਹਨੂੰ ਸਮਝ ਆ ਜਾਵੇ, ਤਾਂ ਸੁਨੇਹਾ ਮਿਲ ਜਾਵੇ। ਸੱਚੇ ਪਾਤਸ਼ਾਹ ਬਹੁਤ ਹੀ ਸਾਦੇ ਤਰੀਕੇ ਨਾਲ ਸਮਝਾਉਂਦੇ ਨੇ ਬਈ ਪ੍ਰਾਣੀ ਜਦ ਤੈ ਉਹਨੂੰ ਹੀ ਸਾਰਾ ਕੁਝ ਸਮਰਪਣ ਕਰਦਾ, ਉਹਨੇ ਹੀ ਤੈਨੂੰ ਸੁੱਖ ਦੇਣਾ, ਆਰਾਮ ਤੈਨੂੰ ਉੱਥੋਂ ਹੀ ਮਿਲਣਾ ਹੈ। ਚਿੰਤਨ ਚਿੰਤਨ ਚਿੰਤਨ, ਉਹਨੂੰ ਧਿਆਈ ਹੀ ਜਾ। ਜਦੋਂ ਤੂੰ ਭਰ ਗਿਆ ਪੂਰਨ, ਤੇਰੇ ਉੱਤੇ ਟੁੱਟ ਗਿਆ ਦਾਤਾ, ਉਹਦਾ ਰੂਪ ਹੀ ਬਣ ਗਿਆ, ਫਿਰ ਤੂੰ ਆਪਣਾ ਅਭਿਆਸ ਜਾਰੀ ਰੱਖਣਾ ਤਾਂ ਕਿ ਤੈਨੂੰ ਤੇਰਾ ਲੈਵਲ ਹੈ ਜਿਹੜਾ ਉਹ ਵਧੀ ਜਾਵੇ, ਘਟੇ ਨਾ। ਤਾਂ ਇੱਕ ਉੱਚੀ ਅਵਸਥਾ ਪ੍ਰਾਪਤ ਕਰਨ ਲਈ ਉਹਦੇ ਨਾਮ ਜਪਣ ਦੇ ਨਾਲ, ਆਪ ਜਪੋ, ਕੰਟੀਨਿਊ ਰੱਖ, ਆਪ ਜਪਦਾ ਰਹਿ, ਤੇ ਨਾਲ ਹੁਣ ਤੇਰੀ ਜ਼ਿੰਮੇਵਾਰੀ ਬਣ ਗਈ। ਜਿਨ੍ਹਾਂ ਦੇ ਕੋਲ ਅਜੇ ਇਹ ਜੁਗਤ ਨਹੀਂ ਹੈ, ਜਿਨ੍ਹਾਂ ਨੂੰ ਅਜੇ ਇਹ ਪਤਾ ਨਹੀਂ ਚੱਲਿਆ, ਫਿਰ ਤੇਰੀ ਜ਼ਿੰਮੇਵਾਰੀ ਬਣ ਗਈ, ਤੂੰ ਉਹਨਾਂ ਨੂੰ ਵੀ ਜਪਾ। ਉਹ ਤੇਰੇ ਵਾਂਗੂ ਹੀ ਫਸੇ ਹੋਏ ਹਨ। ਜਿਵੇਂ ਇੱਕ ਸਮੇਂ ਤੂੰ ਮਾਇਆ ਦੇ ਪਿੱਛੇ ਲੱਗ ਗਿਆ, ਗੁੰਮ ਗਿਆ ਸੀ, ਪੰਜਾਂ ਤੱਤਾਂ ਦਾ ਤੂੰ ਦਾਸ ਬਣ ਗਿਆ ਸੀ। ਪੰਜ ਤੱਤ ਤੈਨੂੰ ਨਚਾਉਂਦੇ ਸੀ। ਬਹੁਤ ਡੂੰਘੇ ਚਿਕਨੇ ਚਿੱਕੜ ਦੇ ਵਿੱਚ ਤੂੰ ਫਸਿਆ ਹੋਇਆ। ਤੈਂ ਆਰਾਧਨਾ ਕੀਤੀ, ਉਹਨੂੰ ਧਿਆਇਆ, ਤੇਰੇ ਤੇ ਮਿਹਰਬਾਨ ਹੋ ਗਿਆ, ਤੈਨੂੰ ਉਹਨੇ ਕੱਢ ਲਿਆ। ਫਿਰ ਤੈਨੂੰ ਮੌਕਾ ਦਿੱਤਾ, ਤੂੰ ਉਹਦਾ ਨਾਮ ਧਿਆਉਂਦਾ ਰਿਹਾ, ਉਹਦੀ ਉਸਤਤ ਕਰਦਾ ਰਿਹਾ ਲੰਬਾ ਸਮਾਂ। ਫਿਰ ਤੇਰੇ ਉੱਤੇ ਇੰਨੀ ਕਿਰਪਾ ਹੋਈ, ਤੂੰ ਪੜ੍ਹਾਉਣ ਵਾਲਾ ਅਧਿਆਪਕ ਉਸ ਦਰਜੇ ਨੂੰ ਪ੍ਰਾਪਤ ਕਰ ਗਿਆ। ਹੁਣ ਪਾਤਸ਼ਾਹ ਤੈਨੂੰ ਸਮਝਾਉਂਦੇ ਨੇ ਵੀ ਹੁਣ ਤੂੰ ਵੰਡ ਦੇ। 13 ਕਰਕੇ ਜਿਹੜਾ ਗਿਆਨ ਦਾ ਖਜ਼ਾਨਾ ਤੈਨੂੰ ਪਿਆਰਿਆ ਮਿਲਿਆ, ਉਹ ਹੁਣ ਵੰਡ ਦੇ। ਆਪ ਜਪੋ ਅਵਰੈ ਨਾਮ ਜਪਾਵੋ, ਜ਼ਿੰਮੇਵਾਰੀ ਬਣ ਗਈ। ਪੜ੍ਹਾਈ ਪੜ੍ਹੀ ਦਾ ਲਾਭ ਹੀ ਤਦ ਹੈ ਜਦੋਂ ਉਹ ਵੱਡੀ ਜਾਵੇ। ਭਗਤ ਭਾਏ ਤਰੀਐ ਸੰਸਾਰ, ਤਰੀਕਾ ਹੀ ਇੱਕੋ ਹੈ। ਉਹ ਤੋਂ ਬਿਨਾਂ ਬਿਨ ਭਗਤੀ ਤਨ ਹੋਸੀ ਸ਼ਾਰ। ਇੱਕੋ ਇੱਕ ਵਿਧੀ ਹੈ, ਇੱਕੋ ਇੱਕ ਤਰੀਕਾ ਹੈ। ਪ੍ਰਭੂ ਨੂੰ ਧਿਆ ਕੇ ਹੀ ਦੁਨੀਆ ਦਾ ਜਿਹੜਾ ਭਵ ਜਲ ਸਾਗਰ ਹੈ, ਤ੍ਰਿਸ਼ਨਾ ਦਾ, ਸਵਾਰਥ ਦਾ ਭਰਿਆ ਹੋਇਆ, ਉਹ ਤਰਿਆ ਜਾ ਸਕਦਾ ਹੈ। ਭਗਤੀ ਕਰਨ ਨਾਲ ਹੀ ਤੂੰ ਇਹ ਜੁਗਤ ਸਮਝ ਸਕਦਾ ਹੈ। ਇਸ ਚਿੱਕੜ ਚੋਂ ਬਾਹਰ ਨਿਕਲ ਸਕਦਾ ਹੈ ਉਹਦੀ ਸਹਾਇਤਾ ਨਾਲ। ਜੇ ਭਗਤੀ ਕੋਈ ਨਹੀਂ ਕਰਦਾ, ਮਾਇਆ ਦੇ ਵਿੱਚ ਫਸਿਆ ਰਹਿੰਦਾ, ਉਸੇ ਤਰ੍ਹਾਂ ਮਰ ਜਾਂਦਾ ਹੈ, ਚਲੇ ਜਾਂਦਾ ਇਸ ਦੁਨੀਆ ਚੋਂ। ਕੋਲ ਕੁਝ ਵੀ ਨਹੀਂ ਹੈ, ਪ੍ਰਭੂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕੁਝ ਵੀ ਕੋਲ ਨਹੀਂ ਹੈ। ਖਾਲੀ ਸਲੇਟ ਬਸ ਪਦਾਰਥ ਦੀ ਭਰੀ ਹੋਈ ਹੈ, ਸਵਾਰਥ ਦੀ ਭਰੀ ਹੋਈ ਹੈ। ਉਹ ਦੇਖਦਾ ਵੀ ਨਹੀਂ। ਦਾਤਾ ਦਿਆਲੂ ਤੇਰੀ ਖਾਲੀ ਸਲੇਟ ਵੱਲ ਤੱਕਦਾ ਵੀ ਨਹੀਂ।
ਝੱਲਿਆ ਕਮਲਿਆ, ਕਾਹਦੇ ਲਈ ਤੂੰ ਉਸ ਪਾਸੇ ਨੂੰ ਤੁਰਿਆ ਹੋਇਆ? ਬਿਨ ਭਗਤੀ ਤਨ ਹੋਸੀ ਸ਼ਾਰ। ਤੈਨੂੰ ਇਹ ਪਤਾ ਹੈ ਤੈਂ ਦੋਨੇ ਪਾਸੇ ਹੀ ਜੇ ਤੂੰ ਨਾਮ ਜਪਦਾ ਤਾਂ ਵੀ ਤੇਰਾ ਸਰੀਰ ਹੈ ਜਿਹੜਾ ਸ਼ਾਰ ਹੋਣਾ, ਸੁਆਹ ਬਣਨਾ। ਪਰ ਉਸ ਵੇਲੇ ਤੇਰੇ ਕੋਲ ਖਜ਼ਾਨਾ ਹੈ ਪ੍ਰਭੂ ਭਗਤੀ ਦਾ। ਸਰੀਰ ਨੂੰ ਛੱਡ ਦਿੱਤਾ, ਉਹ ਬਨਾਸ ਹੋ ਗਿਆ, ਸ਼ਾਰ ਹੋ ਗਿਆ, ਤੈਨੂੰ ਕੋਈ ਪਛਤਾਵਾ ਨਹੀਂ ਹੈ। ਤੇਰੇ ਕੋਲ ਇੱਕ ਗੰਢ ਉਹਦੇ ਨਾਮ ਦੀ ਹੈ, ਜਿਹੜੀ ਪੋਟਲੀ ਤੇਰੇ ਕੋਲ ਹੈ, ਉਹ ਤੇਰਾ ਸੂਖਮ ਸਰੀਰ ਲੈ ਕੇ ਉਹਦੇ ਅੱਗੇ ਪੇਸ਼ ਹੋ ਗਿਆ। ਸ਼ਰਮ ਵਾਲੀ ਕੋਈ ਗੱਲ ਨਹੀਂ ਹੈ। ਜਿਹੜਾ ਵਿਦਿਆਰਥੀ ਪੂਰੀ ਤਰ੍ਹਾਂ ਪੜ੍ਹਦਾ ਹੈ, ਪੜ੍ਹਾਈ ਕਰਦਾ, ਕੱਚੇ ਪੇਪਰ ਘਰ ਦੇ ਵਿੱਚ ਦਿੰਦਾ, ਫਿਰ ਉਹਨਾਂ 'ਚੋਂ ਇੱਕ ਵੱਡਾ ਪੇਪਰ ਦਿੰਦਾ, ਜਦੋਂ ਪਾਸ ਹੋ ਜਾਂਦਾ ਫਿਰ ਉਹਨੂੰ ਡਰ ਨਹੀਂ ਰਹਿੰਦਾ, ਛਾਲਾਂ ਮਾਰਦਾ ਚਾਅ ਦੇ ਵਿੱਚ ਕਿ ਹੁਣ ਮੈਂ ਫਾਈਨਲ ਐਗਜ਼ਾਮ ਦੇ ਵਿੱਚ ਬੈਠੂਗਾ, ਸ਼ਰਤੀਆ ਪਾਸ। ਇਸੇ ਤਰ੍ਹਾਂ ਤੇਰਾ ਜਿਹੜਾ ਐਗਜ਼ਾਮ ਹੈ ਉਹ ਤਾਂ ਹੋਣਾ ਹੀ ਹੈ, ਚਾਹੇ ਤਿਆਰੀ ਕਰਕੇ ਚਲੇ ਜਾ, ਚਾਹੇ ਬਿਨਾਂ ਤਿਆਰੀ ਤੋਂ ਚਲੇ ਜਾ। ਜੇ ਬਿਨਾਂ ਤਿਆਰੀ ਤੋਂ ਚਲੇ ਗਿਆ ਤੈਨੂੰ ਭਾਗਾਂ ਵਾਲਾ ਹੋਵੇਗਾ। ਜੇ ਕੰਪਾਰਟਮੈਂਟ ਦੇ ਦਿੱਤੀ ਬਈ ਇੱਕ ਵਾਰ ਫਿਰ ਟਰਾਈ ਕਰ ਲੈ, ਫਿਰ ਇੱਕ ਵਾਰ ਇਨਸਾਨ ਦੇ ਜਾਮੇ 'ਚ ਚਲੇ ਜਾ। ਪਰ ਜ਼ਿਆਦਾਤਰ ਲੰਬਾ ਸਫ਼ਰ ਫਿਰ ਸ਼ੁਰੂ ਹੋ ਜਾਂਦਾ, ਚੱਕਰ 84 ਦਾ, ਜਿੱਥੇ ਬਹੁਤ ਸਮਾਂ ਲੱਗ ਜਾਂਦਾ। ਗੁਰੂ ਪਿਆਰਿਆ, ਤੇਰੇ ਉੱਤੇ ਮਿਹਰ ਕਰਕੇ ਪ੍ਰਭੂ ਪਿਆਰੇ ਤੈਨੂੰ ਸਮਝਾ ਰਹੇ ਹਨ ਕਿ ਪੂਰੀ ਦੀ ਪੂਰੀ ਤਿਆਰੀ ਕਿਉਂ ਨਹੀਂ ਕਰਦਾ। ਦਰਗਾਹ ਦੇ ਵਿੱਚ ਪੇਸ਼ ਹੋਣ ਵਾਲੇ ਬਾਰੇ ਤੈਨੂੰ ਕਿਉਂ ਨਹੀਂ ਫਿਕਰ ਹੈ। ਪ੍ਰਾਈਡ ਨਾਲ ਜਾ, ਸਵੈ ਮਾਣ ਦੇ ਨਾਲ ਪੇਸ਼ ਹੋ ਆਪਣੇ ਰਚਣਹਾਰੇ ਦੇ ਅੱਗੇ। ਇਹ ਸੰਸਾਰ ਹੈ ਜਿਹੜਾ, ਇਹ ਆਰਜੀ ਤੌਰ 'ਤੇ ਤੈਨੂੰ ਤੇਰਾ ਪਰਚਾ ਪਾਸ ਕਰਨ ਕਰਕੇ ਹੀ ਭੇਜਿਆ ਗਿਆ। ਇੱਥੇ ਤੂੰ ਗਵਾਚ ਗਿਆ, ਮਾਇਆ ਦੇ ਰੰਗਾਂ ਦੇ ਵਿੱਚ ਖੋ ਗਿਆ। ਸਰਬ ਕਲਿਆਣ ਸੂਖ ਨਿਧ ਨਾਮ, ਬੂਢਤ ਜਾਤ ਪਾਏ ਵਿਸ਼ਰਾਮ। ਪ੍ਰਭੂ ਦਾ ਨਾਮ ਤਮਾਮ ਦੁਨੀਆ ਦੀਆਂ ਖੁਸ਼ੀਆਂ ਤੇ ਆਰਾਮਾਂ ਤੋਂ ਵੱਡਾ ਖਜ਼ਾਨਾ ਹੈ। ਬੂਢਤ ਡੁੱਬਦੇ ਹੋਏ ਨੂੰ, ਜਾਤ ਪਾਏ ਵਿਸ਼ਰਾਮ, ਜਿਹੜਾ ਜੀਵ ਡੁੱਬ ਰਿਹਾ, ਫਸਿਆ ਹੋਇਆ, ਪੂਰਾ ਮਾਇਆ ਦੇ ਵਿੱਚ ਗ੍ਰਸਤਿਆ ਹੋਇਆ। ਸੱਚੇ ਪਾਤਸ਼ਾਹ ਸਮਝਾ ਰਹੇ ਕਿ ਨੈਵਰ ਲੇਟ, ਕਿ ਹੁਣ ਤਾਂ ਲੇਟ ਹੋ ਗਿਆ, ਛੱਡੋ। ਉਸ ਵਿਗੜੇ ਹੋਏ ਵਿਦਿਆਰਥੀ ਵਾਂਗੂ ਜਿਹੜਾ ਪਹਿਲਾਂ ਹੀ ਬਹਾਨੇ ਲੱਭਦਾ, ਕਹਿੰਦਾ ਹੁਣ ਨਹੀਂ ਜਾਣਾ ਹੈ, ਅੱਜ ਤਾਂ ਦਿਨ ਚੜ੍ਹ ਗਿਆ, ਅਜੇ 5-6 ਘੰਟੇ ਸਕੂਲ ਦੇ ਰਹਿੰਦੇ ਆ, ਜਾ ਕੇ ਆਰਾਮ ਨਾਲ ਸੌਰੀ ਕਹਿ ਕੇ ਬੈਠ ਸਕਦਾ ਕਲਾਸ 'ਚ। ਪਰ ਉਹਨੇ ਮਨ ਬਣਾਇਆ ਹੋਇਆ ਬਈ ਨਹੀਂ ਜਾਣਾ, ਨਹੀਂ, ਡੁੱਬਣਾ ਹੀ ਹੈ। ਮਾਂ ਪਿਓ ਪੈਸੇ ਲਾਉਂਦੇ ਆ, ਲਾਈ ਜਾਣ, ਮੈਂ ਤਾਂ ਝੂਠ ਬੋਲਣਾ। ਜੇ ਤਾਂ ਤੇਰੀ ਪਿਆਰਿਆ ਆਦਤ ਉਸ ਤਰ੍ਹਾਂ ਦੀ ਬਣੀ ਹੈ, ਫਿਰ ਤਾਂ ਤੈਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਸਕਦਾ। ਡੁੱਬਣਾ ਹੀ ਡੁੱਬਣਾ।
ਨਹੀਂ ਤਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਨੇ ਸਾਫ਼ ਸ਼ਬਦਾਂ ਦੇ ਵਿੱਚ, ਬੂੜਤ ਜਾਤ ਪਾਏ ਵਿਸ਼ਰਾਮ। ਉਹ ਡੁੱਬਦੇ ਹੋਏ ਪ੍ਰਾਣੀ, ਤੂੰ ਅਜੇ ਵੀ ਆਰਾਮ ਪਾ ਸਕਦਾ ਹੈ, ਅਜੇ ਵੀ ਤੂੰ ਬਚ ਸਕਦਾ ਹੈ, ਤੂੰ ਸੁਰੱਖਿਅਤ ਹੋ ਸਕਦਾ ਹੈ। ਫੈਸਲਾ ਤੈਅ ਕਰਨਾ, ਤੈਂ ਡੁੱਬਣਾ ਜਾਂ ਤਰਨਾ। ਸਗਲ ਦੁਖ ਕਾ ਹੋਵਤ ਨਾਸ਼, ਨਾਨਕ ਨਾਮ ਜਪੋ ਗੁਣ ਤਾਸ। ਸਾਰੇ ਜਿੰਨੇ ਵੀ ਗਮ ਨੇ, ਦੁੱਖ ਨੇ, ਜਿਹੜੇ ਤੈਨੂੰ ਮਾਇਆ ਨੇ ਫਸਾ ਕੇ ਦਿੱਤੇ ਹੋਏ ਆ, ਪਹਿਲਾਂ ਤੈਨੂੰ ਉਹ ਸੁੱਖ ਲੱਗਦੇ ਸੀ, ਪਰ ਬਾਅਦ 'ਚ ਪਤਾ ਲੱਗਿਆ ਜਦ ਉੱਤੋਂ ਕਵਰ ਲੈ ਗਿਆ, ਫਿਰ ਤੈਨੂੰ ਲੱਗਿਆ ਵੀ ਇਹ ਤਾਂ ਸੁੱਖ ਨਹੀਂ ਦੁੱਖ ਨੇ। ਜਿਹੜਾ ਜਾਲ ਤੈਂ ਬੱਕੜੀ ਵਾਂਗੂ ਦਿਨ ਰਾਤ ਕਰਕੇ ਬੁਣਿਆ, ਪਲ ਵੀ ਨਹੀਂ ਛੱਡਿਆ, ਬੜੀ ਮਿਹਨਤ ਕੀਤੀ ਉਸ ਜਾਲ ਨੂੰ ਬੁਣਨ ਦੇ ਲਈ, ਪਰ ਤੈਨੂੰ ਕੀ ਪਤਾ ਸੀ ਉਦੋਂ ਵੀ ਇਹ ਜਾਲ ਹੀ ਮੈਨੂੰ ਲੈ ਬੈਠੇਗਾ। ਸੱਚੇ ਪਾਤਸ਼ਾਹ ਮਿਹਰ ਕਰਦੇ ਆ, ਸਗਲ ਦੁੱਖ ਕਾ ਹੋਵਤ ਨਾਸ। ਜਿੰਨੇ ਵੀ ਤਾਂ ਜਾਲ ਬੁਣੇ ਨੇ, ਜਿੰਨੇ ਵੀ ਤਾਂ ਲੋਕਾਂ ਨੂੰ ਸਤਾਇਆ, ਗਰੀਬਾਂ ਦੀ ਹਾਂ ਤੇਰੇ ਉੱਤੇ ਝੁੱਲੀ ਆ, ਸਾਰਿਆਂ ਤੇ ਕਾਂਟਾ ਵੱਜ ਸਕਦਾ, ਸਾਰੇ ਸਾਫ਼ ਰਾਈਟ ਆਫ। ਇੱਕ ਤੇਰੀ ਜ਼ਿੰਮੇਵਾਰੀ ਜਿਹੜੀ ਤੈਨੂੰ ਕਰਨੀ ਪੈਣੀ ਹੈ, ਨਾਨਕ ਨਾਮ ਜਪੋ ਗੁਣ ਤਾਸ। ਸੁਆਮੀ ਦਾ ਨਾਮ ਤੈਂ ਲੈਣਾ, ਤੈਂ ਸਮਰਪਣ ਕਰਨਾ, ਉਹਦੇ ਅੱਗੇ ਪੇਸ਼ ਹੋਣਾ ਕਿ ਅੱਜ ਤੋਂ ਬਾਅਦ ਮੈਂ ਤੇਰਾ, ਚਾਹੇ ਮਾੜਾ ਚਾਹੇ ਚੰਗਾ, ਮੈਨੂੰ ਤੂੰ ਰੱਖ ਲੈ। ਮੈਂ ਬੜੇ ਡੂੰਘੇ ਚਿੱਕੜ 'ਚ ਫਸਿਆ ਹੋਇਆ ਦਾਤਾ, ਮੇਰੇ 'ਚ ਕੋਈ ਸਮਰਥਾ ਨਹੀਂ ਨਿਕਲਣ ਦੀ, ਤਾਂ ਹੀ ਮੈਨੂੰ ਕੱਢਣਾ ਹੈ। ਤੂੰ ਹੀ ਮੇਰੇ ਉੱਤੇ ਮਿਹਰ ਕਰਦੀ ਹੈ ਆਪਣਾ ਨਾਮ ਜਪਾਉਣ ਦੀ। ਮੇਰੇ ਕੋਲ ਤੇਰਾ ਨਾਮ ਜਪਣ ਦੀ ਵੀ ਕੋਈ ਸ਼ਕਤੀ ਨਹੀਂ ਹੈ। ਜਦੋਂ ਤੂੰ ਲਾਚਾਰ ਹੋ ਗਿਆ ਪਿਆਰੇ, ਰਹਿਮ ਵਾਲਾ, ਸੜਕਾਂ ਤੇ ਮੰਗ ਤੇ ਬੈਠੇ ਆ, ਚੁਰਾਸਿਆਂ ਦੇ ਉੱਤੇ, ਬੜੇ ਕਈਆਂ ਦੇ ਸੋਹਣੇ ਚਿਹਰੇ ਆ, ਜਵਾਨ ਹੈ, ਕੰਮ ਕਰਨ ਵਾਲੇ ਆ, ਇਸ ਤਰ੍ਹਾਂ ਲੱਗਦਾ ਮਜਬੂਰੀ, ਦੁੱਖ। ਜਦੋਂ ਉਹਨਾਂ ਦੇ ਸੋਹਣੇ ਚਿਹਰੇ ਦੇ ਉੱਤੇ ਲਾਚਾਰੀ ਆ ਜਾਂਦੀ ਹੈ ਤਾਂ ਹਰ ਕੋਈ ਰੁਕਦਾ। ਗਰੀਬ ਤੋਂ ਗਰੀਬ, ਜਿਹੜਾ ਬੜੇ ਥੋੜ੍ਹੇ ਪੈਸੇ ਕਮਾਉਂਦਾ ਦਿਨ ਦੇ ਵਿੱਚ, ਆਪਣੇ ਬੱਚਿਆਂ ਨੂੰ ਪਾਲਣ ਜੋਗੇ, ਉਹ ਵੀ ਰੁਕਦਾ, ਨਹੀਂ ਮੈਂ ਇਹਦੇ ਥੋੜ੍ਹੇ ਦੇ ਵਿੱਚੋਂ ਵੀ ਇਹਨੂੰ ਕੁਛ ਦੇ ਦੇਵਾਂ। ਇਹ ਮੰਗਦਾ ਵਿਚਾਰਾ, ਸੜਕ 'ਤੇ ਖੜਾ, ਇਹਦਾ ਭਲਾ ਹੋ ਜਾਵੇ। ਜਦੋਂ ਤੇਰਾ ਦਿਲ ਰਹਿਮ ਵਾਲਾ ਬਣ ਗਿਆ, ਭਰ ਗਿਆ ਤਰਸ ਨਾਲ, ਫਿਰ ਕਿਉਂ ਨਹੀਂ ਬੜੂਗਾ ਦਾਤਾ। ਅਕਾਲ ਪੁਰਖ ਲੋੜਾਂ ਵਾਲਿਆਂ ਦੀਆਂ ਲੋੜਾਂ ਪੂਰੀਆਂ ਕਰਦਾ। ਤੇਰੀ ਲਾਚਾਰੀ ਨੂੰ ਦੇਖ ਕੇ ਕਿਉਂ ਨਹੀਂ ਤਰਸ ਆਊਗਾ ਉਹਨੂੰ ਭਲਿਆ। ਸਗਲ ਦੁੱਖ ਕਾ ਹੋਵਤ ਨਾਸ, ਫਿਰ ਕਾਂਟਾ ਵੱਜ ਜੂਗਾ। ਤੂੰ ਨਾਮ ਜਪੇਗਾ, ਤੂੰ ਉਹਨੂੰ ਧਿਆਵੇਂਗਾ, ਤੂੰ ਸਮਰਪਣ ਕਰੇਗਾ, ਤੇ ਤੇਰੇ ਸਾਰੀ ਜਿਹੜੀ ਬਹੀ ਹੈ ਨਾ, ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸੂਦਖੋਰ ਲੋਕ ਹੁੰਦੇ ਸੀ, ਉਹ ਲੋਕਾਂ ਨੂੰ, ਗਰੀਬਾਂ ਨੂੰ, ਬੈਂਕਾਂ ਤਾਂ ਬਣੀਆਂ ਹੀ ਨਹੀਂ ਸੀ, ਉਹਨਾਂ ਨੇ ਆਪਣਾ ਸਿਸਟਮ ਚਲਾਇਆ ਹੋਇਆ ਸੀ ਗਰੀਬਾਂ ਨੂੰ ਫਸਾਉਣ ਦਾ, ਉਹਨਾਂ ਦੀਆਂ ਪ੍ਰੋਪਰਟੀਆਂ ਲੈਣ ਦਾ, ਤੇ ਉਹ ਪੈਸੇ ਦੇ ਦਿੰਦੇ ਸੀ। ਅਨਪੜ੍ਹ ਲੋਕ ਸੀ ਵਿਚਾਰੇ, ਕੁਝ ਵੀ ਨਹੀਂ ਜਾਣਦੇ ਸੀ, ਤੇ ਉਹਨਾਂ ਦਾ ਅੰਗੂਠਾ ਥੰਬ ਪ੍ਰਿੰਟ ਲਗਾ ਕੇ ਥੋੜ੍ਹੇ ਜਿਹੇ ਪੈਸੇ ਦੇ ਕੇ
ਜ਼ਿਆਦਾ ਲਿਖ ਲੈਂਦੇ ਸੀ, ਵਧਾ ਲੈਂਦੇ ਸੀ। ਉਹ ਗਰੀਬ ਵਿਚਾਰਾ ਮੂਲ ਮੋੜਨ ਜੋਗਾ ਵੀ ਨਹੀਂ ਹੁੰਦਾ ਸੀ। ਉਹਦੀ ਬਦਕਿਸਮਤੀ ਚੱਲੀ ਜਾਂਦੀ ਸੀ। ਤੇ ਇੱਧਰ ਸੂਦਖੋਰ ਦੀ ਜਿਹੜੀ ਕਿਤਾਬ ਸੀ ਉਹ ਫਰਜ਼ੀ ਸ਼ਬਦਾਂ ਨਾਲ ਭਰੀ ਜਾਂਦੀ ਸੀ। ਉਹਦੀਆਂ ਤਕਲੀਫਾਂ, ਇਹਦੀਆਂ ਖੁਸ਼ੀਆਂ ਜਦੋਂ ਜਵਾਨ ਹੋ ਜਾਂਦੀਆਂ ਸੀ ਫਿਰ ਉਹਦੀ ਕੁਰਕੀ ਕਰ ਲੈਂਦੇ ਸੀ। ਪਰ ਕਈ ਵਾਰ ਜਿਹੜੇ ਨਾਇਕ ਲੋਕ ਸੇਵਕ ਸਮਾਜ ਦੇ ਵਿੱਚ ਹੋਏ ਹੈ, ਉਹ ਗਰੀਬਾਂ ਦੀ ਸਾਰ ਲੈਂਦੇ ਸੀ। ਸਾਰੀਆਂ ਜਿਹੜੀਆਂ ਵਧੀਆ ਸੀ ਕਿਤਾਬਾਂ ਸੀ ਇੱਕ ਥਾਂ 'ਤੇ ਇਕੱਠੀਆਂ ਕਰਕੇ, ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ, ਸ਼ਾਹੂਕਾਰ ਨੂੰ ਖੜਾ ਕਰਕੇ ਵਿੱਚ ਜ਼ਬਰਦਸਤੀ ਉਹਨਾਂ ਨੂੰ ਅੱਗ ਲਗਾ ਦਿੰਦੇ ਸੀ ਲੋਕਾਂ ਦੇ ਸਾਹਮਣੇ ਕਿ ਅੱਜ ਤੁਸੀਂ ਆਜ਼ਾਦ ਹੋ। ਆਹ ਦੇਖੋ ਅਪਰਾਧੀ ਤੁਹਾਡਾ ਸਾਹਮਣੇ ਖੜਾ, ਜਿਹਨੇ ਤੁਹਾਡੇ ਪਿਓ ਤੋਂ ਵੀ ਵਿਆਜ ਲਿਆ, ਪੁੱਤਾਂ ਤੋਂ ਵੀ ਲਿਆ, ਪੋਤਿਆਂ ਤੋਂ ਵੀ ਲਿਆ, ਤੇ ਇਹਦਾ ਸੂਦ ਖੜੇ ਦਾ ਖੜਾ। ਅੱਗ ਲਗਾ ਦਿੰਦੇ ਸੀ ਤੇ ਨਾਲ ਹੀ ਕਹਿ ਦਿੰਦੇ ਸੀ ਕਿ ਅੱਜ ਤੋਂ ਬਾਅਦ ਤੁਹਾਡਾ ਕਰਜ਼ਾ ਮੁੱਕ ਗਿਆ। ਕਦੇ ਕਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਫਰਿਸ਼ਤੇ ਪੈਦਾ ਹੁੰਦੇ ਸੀ। ਉਹਨਾਂ ਨੂੰ ਨਾਇਕ, ਲੋਕ ਨਾਇਕ ਕਹਿ ਕੇ ਅੱਜ ਵੀ ਸਤਿਕਾਰਿਆ ਜਾਂਦਾ ਹੈ। ਸੱਚੇ ਪਾਤਸ਼ਾਹ ਇੱਥੇ ਉਹੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਮੰਨਦੇ ਆ ਤੈਂ ਗਲਤੀਆਂ ਕੀਤੀਆਂ ਨੇ, ਮਾਇਆ ਦੇ ਜਾਲ 'ਚ ਫਸ ਗਿਆ, ਪਰ ਹੁਣ ਤੂੰ ਸਮਰਪਣ ਹੋ ਗਿਆ, ਪਾਤਸ਼ਾਹ ਦੇ ਪੇਸ਼ ਹੋ ਕੇ ਤਾਂ ਗਲਤੀ ਮੰਨ ਲਈ ਤੇ ਹੁਣ ਤਾਂ ਨਾਮ ਜਪਣਾ ਸ਼ੁਰੂ ਕਰਤਾ, ਉਚਾਰਨ ਕਰਨ ਲੱਗ ਪਿਆ, ਤਾਂ ਤੇਰਾ ਜਿਹੜਾ ਕਾਟਾ ਹੈ ਸਾਰੇ ਗੁਨਾਹਾਂ ਉੱਤੇ ਵੱਜ ਗਿਆ। ਯੂ ਆਰ ਫਰੀ ਫਰਮ ਟੂਡੇ। ਗੁਰੂ ਪਿਆਰਿਓ, ਆਪਾਂ ਇੱਕ ਵਾਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸਾਜਨ ਸੰਤ ਕਰੋ ਇਹ ਕਾਮ, ਆਦ ਤਿਆਗ ਜਪੋ ਹਰ ਨਾਮ। ਉਹ ਮੇਰੇ ਫਰੈਂਡ, ਉਹ ਮਾਈ ਫਰੈਂਡ, ਉਹ ਮਾਈ ਸੇਂਟ ਫਰੈਂਡ, do this work. Abandon all else and repeat God's name. This is profitable. This is good for you. Leave everything alone. Just come back to your Father's feet. Sebar, sebar, sebar sukh paavo. Aap japo avre naam jpaavo. Repeatedly, remember the name and obtain peace. Thyself repeat the name and make others to repeat it. That is the big success. You will become His, and He will give you so much to serve others. Give to others. You will be giver because you are full. Bhagat bhaye tariye sansar. With meditation, by meditation and by holy love, divine love, thou shalt cross over the world ocean. That ocean is dirty, greedy, selfish, thanklessness, full of that. All the garbage in that dirty ocean. You are so wonderful, lover of God. Get out. Remember Him. You want to cross over, man. Cross over. Bhagat bhaye tariye sansar. That is the only way you can swim and cross with God's name. Otherwise, bin bhakti tan hosi shar. No matter what you do,
your body is going to become ashes. But that way, when you don't, you did not earn anything, empty pocket, but how you show your face to God, to great God. Remember, you will be punished. Again, come back on the planet, go through 8,400,000 lives, but in the purpose, nobody happy. You were not happy. So you want to repeat that, that's your choice. Not necessarily you will become a human being. You can go to other cycle. Ben bhakti tan hoshi shar. But in other side, if you change yourself, you remember God, then you don't have to shy in front of God. You are proud of you. You will pass. Sarv kalyan sukh nid naam, bootat jaat paye bishram. Lord's name is the treasure of all, the comforts and joys. Even the drowning person can obtain rest, can get over with his problem. It's so great, so comfortable, God's name. Sagal dukh ka hovat naas, Nanak naam japo guntas. All thy sorrows shall vanish, O Nanak. Utter thou the name of the Lord of excellencies. Why not? You always thought in your life, O Mr. Human Being, to make profit. Why are you going to lose in your final mission? Don't make any sense. Change yourself. Change your everyday routine. Don't care what people will say. There are also drownings. They are going deep in the chicken, in the water, in the dirty mud. You can come out with loving message from Guru. Repeat it, repeat it, repeat it. ਇੱਕੋ ਇੱਕ ਤਰੀਕਾ ਕਿ ਆਪਣੇ ਆਪ ਨੂੰ ਗੁਰੂ ਦੇ ਉਪਦੇਸ਼ ਦੇ ਮੁਤਾਬਕ ਢਾਲਣਾ। ਗੁਰੂ ਨੇ ਉਹ ਤਜਰਬਾ ਕੀਤਾ ਹੈ ਪ੍ਰੈਕਟੀਕਲ ਤੌਰ 'ਤੇ। ਗੁਰੂ ਨੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ। ਗੁਰੂ ਦੇ ਵਿੱਚ ਉਹ ਸਾਖਸ਼ਾਤ ਵਸ ਰਿਹਾ ਹੈ। ਗੁਰੂ ਵਾਹਿਗੁਰੂ ਦਾ ਰੂਪ ਹੈ, ਪਰ ਗੁਰੂ ਕਦੇ ਵੀ ਆਪਣੇ ਮੁਖਾਰ ਬਿੰਦ ਤੋਂ ਇਹ ਮੰਨੇਗਾ ਨਹੀਂ, ਐਕਸੈਪਟ ਨਹੀਂ ਕਰੇਗਾ, ਕਿਉਂਕਿ ਉਹਨੇ ਆਪ ਹੀ ਵਾਹਿਗੁਰੂ ਅਕਾਲ ਪੁਰਖ ਦੀ ਪਰਿਭਾਸ਼ਾ ਦਿੱਤੀ ਹੈ ਮਨੁੱਖਤਾ ਨੂੰ ਕਿ ਉਹ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦਾ। ਉਹ ਰਚਣਹਾਰਾ ਹੈ, ਰਚਨਾ ਨਹੀਂ ਬਣ ਸਕਦਾ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।